ਨਵੀਂ ਨਵੇਲੀ ਨੂੰ ਸਿਮਰਨ ਨੂੰ ਆਏ ਹੋਏ ਹੁਣੇ ਮਹੀਨਾ ਭਰ ਵੀ ਨਹੀਂ ਹੋਇਆ ਸੀ, ਪਰ ਪਤਾ ਨਹੀਂ ਕਿਉਂ ਉਸਦੇ ਚਿਹਰੇ ਪਰ ਨੂਰ ਨਜ਼ਰ ਨਹੀਂ ਆਉਂਦਾ ਸੀ। ਸ਼ਾਇਦ ਕਿਸੇ ਗੱਲ ਨਾਲ ਨਾਰਾਜ਼ ਹੈ, ਹਰ ਪਲ ਇਹੀ ਪ੍ਰਤੀਤ ਹੁੰਦਾ ਸੀ। ਸੱਸ ਸਤਵੀਰ ਜੀ ਨੇ ਕਾਫੀ ਵਾਰ ਪੁੱਛਣੇ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਸਿਮਰਨ ਟਾਲ ਜਾਂਦੀ ਸੀ। ਸਤਵੀਰ ਜੀ ਵੀ ਇਹੀ ਸੋਚਦੀ ਰਹਿ ਜਾਂਦੀ, ਕਿਆ ਪਤਾ ਹੁਣੇ-ਹੁਣੇ ਵਿਆਹ ਹੋਇਆ ਹੈ, ਨਵੇਂ ਘਰ ਵਿੱਚ ਮਨ ਲੱਗਣੇ ਵਿੱਚ ਵੀ ਵਕਤ ਲੱਗਦਾ ਹੈ, ਇਸ ਲਈ ਸ਼ਾਇਦ ਬਹੁਤ ਜ਼ਿਆਦਾ ਬੋਲ ਨਹੀਂ ਪਾ ਰਹੀ ਹੈ ਅਤੇ ਚੁੱਪ ਰਹਿੰਦੀ ਹੈ। ਇੱਕ ਦਿਨ ਅਚਾਨਕ ਬਿਨਾਂ ਦੱਸੇ ਹੀ ਸਿਮਰਨ ਨੂੰ ਲੈਣ ਉਸਦਾ ਭਾਈ ਆ ਗਿਆ। ਹੁਣੇ ਨਵਾਂ-ਨਵਾਂ ਵਿਆਹ ਹੋਇਆ ਸੀ, ਇਸ ਕਾਰਨ ਨਾਲ ਸਤਵੀਰ ਜੀ ਨੇ ਵੀ ਮਨਾ ਨਹੀਂ ਕੀਤਾ। ਨੂੰਹ ਦੇ ਜਾਣੇ ਦੇ ਬਾਅਦ ਸਤਵੀਰ ਜੀ ਨੇ ਆਪਣੇ ਪੁੱਤ ਰਾਜਵੀਰ ਨੂੰ ਕਿਹਾ, ਪੁੱਤ ਕਿਆ ਗੱਲ ਹੈ? ਨੂੰਹ ਚੁੱਪ-ਚੁੱਪ ਹੀ ਰਹਿੰਦੀ ਹੈ ਅਤੇ ਚਿਹਰੇ ਤੋਂ ਵੀ ਲੱਗਦਾ ਹੈ ਜਿਵੇਂ ਕੋਈ ਨਾਰਾਜ਼ਗੀ ਹੋ। ਕੋਈ ਗੱਲ ਹੈ ਕਿਆ? ਪਤਾ ਨਹੀਂ ਮੰਮੀ, ਮੈਨੂੰ ਤਾਂ ਐਸਾ ਕੁਝ ਲੱਗਦਾ ਨਹੀਂ, ਰਾਜਵੀਰ ਨੇ ਜਵਾਬ ਦਿੱਤਾ। ਸ਼ਾਇਦ ਮੇਰੀ ਗਲਤਫਹਿਮੀ ਹੋ, ਪਰ ਫਿਰ ਵੀ ਇੱਕ ਵਾਰ ਮਨ ਟਟੋਲ ਕੇ ਦੇਖ, ਕਿਆ ਪਤਾ ਜੋ ਮੈਨੂੰ ਨਾ ਬੋਲ ਪਾ ਰਹੀ ਹੋ ਤੈਨੂੰ ਬੋਲ ਦੇ। ਠੀਕ ਹੈ, ਜਦ ਆਵੇਗੀ ਜਦ ਗੱਲ ਕਰਕੇ ਦੇਖ ਲਵਾਂਗਾ, ਕਹਿ ਕੇ ਰਾਜਵੀਰ ਆਪਣੇ ਦਫ਼ਤਰ ਚਲਾ ਗਿਆ। ਸ਼ਾਮ ਨੂੰ ਜਦ ਰਾਜਵੀਰ ਘਰ ਆਇਆ ਤਾਂ ਦੇਖਿਆ ਸਤਵੀਰ ਜੀ ਉਦਾਸ ਬੈਠੀ ਹਨ। ਉਹਨਾਂ ਨੂੰ ਉਦਾਸ ਦੇਖ ਕੇ ਰਾਜਵੀਰ ਨੇ ਪੁੱਛਿਆ, ਕਿਆ ਹੋਇਆ ਮਾਂ, ਤੁਸੀਂ ਇਵੇਂ ਉਦਾਸ ਕਿਉਂ ਬੈਠੀ ਹੋ? ਰਾਜਵੀਰ ਦੇ ਸਵਾਲ ਪਰ ਸਤਵੀਰ ਜੀ ਨੇ ਉਸਦੀ ਤਰਫ ਨਜ਼ਰ ਚੁੱਕ ਕੇ ਦੇਖਿਆ ਅਤੇ ਕਿਹਾ, ਪੁੱਤ ਕੱਲ੍ਹ ਸੰਡੇ ਹੈ, ਤੂੰ ਇੱਕ ਕੰਮ ਕਰ, ਤੇਰਾ ਸਮਾਨ ਮੇਰੇ ਕਮਰੇ ਵਿੱਚ ਸ਼ਿਫਟ ਕਰ ਲੈ। ਮੈਂ ਤੇਰੇ ਕਮਰੇ ਵਿੱਚ ਸ਼ਿਫਟ ਹੋ ਜਾਂਦੀ ਹਾਂ। ਅਰੇ ਅਚਾਨਕ ਨਾਲ ਕਮਰਾ ਸ਼ਿਫਟ ਕਰਨੇ ਦੀ ਗੱਲ ਕਿੱਥੇ ਤੋਂ ਆ ਗਈ ਅਤੇ ਕਿਆ ਪਰੇਸ਼ਾਨੀ ਹੈ ਜੋ ਕਮਰਾ ਸ਼ਿਫਟ ਕਰ ਰਹੇ ਹੋ? ਰਾਜਵੀਰ ਸਤਵੀਰ ਜੀ ਦੇ ਕੋਲ ਬੈਠਦਾ ਹੋਇਆ ਬੋਲਿਆ, ਮੈਂ ਇਕੱਲੀ ਤਾਂ ਜੀਵ ਹਾਂ, ਤੇਰੇ ਪਾਪਾ ਹੈ ਨਹੀਂ, ਭਲਾ ਇੰਨੇ ਬੜੇ ਕਮਰੇ ਦਾ ਮੈਂ ਕਿਆ ਕਰੂੰਗੀ? ਇਸ ਲਈ ਬੜਾ ਕਮਰਾ ਤੂੰ ਲੈ ਲੈ ਅਤੇ ਮੇਰਾ ਸਮਾਨ ਤੇਰੇ ਕਮਰੇ ਵਿੱਚ ਸ਼ਿਫਟ ਕਰ ਦੇ। ਅਰੇ ਮਾਂ, ਰਹਿਣ ਦੋ ਨਾ, ਕਿਆ ਜ਼ਰੂਰਤ ਹੈ, ਆਰਾਮ ਨਾਲ ਰਹਿ ਤਾਂ ਰਹੇ ਹਾਂ। ਵੈਸੇ ਵੀ ਸਿਮਰਨ ਇੱਥੇ ਹੈ ਨਹੀਂ, ਉਹ ਕਿਆ ਸੋਚੇਗੀ ਅਤੇ ਲੋਕ ਸਿਮਰਨ ਦੇ ਬਾਰੇ ਵਿੱਚ ਕਿਆ-ਕਿਆ ਗੱਲਾਂ ਬਣਾਉਣਗੇ। ਆਉਂਦੇ ਹੀ ਸੱਸ ਨੂੰ ਉਸਦੇ ਕਮਰੇ ਤੋਂ ਕੱਢ ਦਿੱਤਾ। ਰਾਜਵੀਰ ਹੱਸਦੇ ਹੋਏ ਬੋਲਿਆ। ਉਸਦੀ ਗੱਲ ਸੁਣ ਕੇ ਸਤਵੀਰ ਜੀ ਚੁੱਪ ਹੋ ਗਈ, ਪਰ ਦੂਸਰੇ ਦਿਨ ਉਸਦੇ ਪਿੱਛੇ ਪੈ ਕੇ ਉਹਨਾਂ ਨੇ ਕਮਰਾ ਸ਼ਿਫਟ ਕਰਵਾ ਹੀ ਦਿੱਤਾ। ਜਦ ਸਭ ਸਮਾਨ ਕਮਰੇ ਵਿੱਚ ਸ਼ਿਫਟ ਹੋ ਗਿਆ ਤਾਂ ਸਤਵੀਰ ਜੀ ਬੋਲੀ, ਪੁੱਤ ਇੱਕ ਕੰਮ ਕਰ, ਤੇਰੇ ਸਸੁਰਾਲ ਤੋਂ ਜੋ ਸੋਫਾ ਆਇਆ ਹੈ ਉਹ ਵੀ ਇੱਥੇ ਕਮਰੇ ਵਿੱਚ ਰੱਖ ਲੈ। ਉਹਨਾਂ ਦੀ ਗੱਲ ਸੁਣ ਕੇ ਰਾਜਵੀਰ ਬੋਲਿਆ, ਮਾਂ ਤੁਹਾਡੇ ਦਿਮਾਗ ਵਿੱਚ ਚੱਲ ਕਿਆ ਰਿਹਾ ਹੈ? ਪਿਆ ਰਹਿਣੇ ਦੋ ਨਾ, ਬਾਹਰ ਮਹਿਮਾਨ ਆਉਣਗੇ ਤਾਂ ਬਾਹਰ ਬੈਠਣੇ ਦੇ ਕੰਮ ਆਵੇਗਾ। ਅਰੇ ਪਰ ਸਾਡੇ ਆਪਣੇ ਵੀ ਤਾਂ ਸੋਫੇ ਹੈ ਨਾ, ਉਹ ਰੱਖ ਲਵਾਂਗੇ ਹਾਲ ਵਿੱਚ। ਅਰੇ ਮਾਂ, ਕੈਸੀ ਗੱਲਾਂ ਕਰ ਰਹੀ ਹੋ, ਨਵੇਂ ਸੋਫੇ ਹਨ, ਹਾਲ ਵਿੱਚ ਜ਼ਿਆਦਾ ਚੰਗੇ ਲੱਗਣਗੇ। ਨਹੀਂ ਨਹੀਂ, ਨੂੰਹ ਦੇ ਨਵੇਂ ਸੋਫੇ ਹਨ, ਉਸਦੇ ਕਮਰੇ ਵਿੱਚ ਹੀ ਚੰਗੇ ਲੱਗਣਗੇ। ਉਹਨਾਂ ਦੀ ਗੱਲ ਸੁਣ ਕੇ ਰਾਜਵੀਰ ਇੱਕ ਪਲ ਦੇ ਲਈ ਚੁੱਪ ਹੋ ਗਿਆ, ਫਿਰ ਬੋਲਿਆ, ਕਿਸੀ ਨੇ ਕੁਝ ਕਿਹਾ ਹੈ ਕਿਆ? ਅਚਾਨਕ ਤੋਂ ਰਾਜਵੀਰ ਦੇ ਸਵਾਲ ਨੂੰ ਸੁਣ ਕੇ ਸਤਵੀਰ ਜੀ, ਨਹੀਂ ਨਹੀਂ, ਕਿਸੀ ਨੇ ਕੁਝ ਨਹੀਂ ਕਿਹਾ, ਬਸ ਉਸ ਨੂੰ ਕਮਰੇ ਵਿੱਚ ਰੱਖ ਦਿਓ। ਫਿਰ ਬੋਲੀ, ਆਖਿਰਕਾਰ ਸੋਫੇ ਸਿਮਰਨ ਅਤੇ ਰਾਜਵੀਰ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤੇ ਗਏ। ਦੂਸਰੇ ਦਿਨ ਰਾਜਵੀਰ ਜਦ ਆਇਆ ਤਾਂ ਸਿਮਰਨ ਆ ਚੁੱਕੀ ਸੀ। ਰਾਜਵੀਰ ਨੂੰ ਬੜੀ ਹੈਰਾਨੀ ਹੋਈ, ਕਿਉਂਕਿ ਸਿਮਰਨ ਦਾ ਹੁਣੇ ਕੁਝ ਦਿਨ ਆਉਣੇ ਦਾ ਬਿਲਕੁਲ ਵੀ ਮੂਡ ਨਹੀਂ ਸੀ।
ਰਾਜਵੀਰ ਨੋਟਿਸ ਕਰ ਰਿਹਾ ਸੀ ਕਿ ਸਿਮਰਨ ਅਤੇ ਸਤਵੀਰ ਜੀ ਦੇ ਵਿੱਚ ਅਜੀਬ ਜਿਹਾ ਤਣਾਅ ਸੀ। ਦੋਵੇਂ ਖੁੱਲ੍ਹ ਕੇ ਗੱਲਾਂ ਨਹੀਂ ਕਰਦੀ ਸੀ। ਕੁਝ ਦਿਨਾਂ ਬਾਅਦ ਸਿਮਰਨ ਦੁਬਾਰਾ ਮਾਇਕੇ ਗਈ। ਉਸ ਦਿਨ ਵੀ ਰਾਜਵੀਰ ਸ਼ਾਮ ਨੂੰ ਮੁੜਿਆ ਤਾਂ ਸਤਵੀਰ ਜੀ ਚੁੱਪਚਾਪ ਉਦਾਸ ਬੈਠੀ ਹੋਈ ਸੀ। ਰਾਜਵੀਰ ਨੇ ਫਿਰ ਇਸ ਦਾ ਕਾਰਨ ਪੁੱਛਿਆ ਤਾਂ ਸਤਵੀਰ ਜੀ ਨੇ ਕਿਹਾ, ਪੁੱਤ ਤੂੰ ਪੂਜਾ ਘਰ ਮੇਰੇ ਕਮਰੇ ਵਿੱਚ ਸ਼ਿਫਟ ਕਰਾ ਦੇ। ਘੱਟ ਤੋਂ ਘੱਟ ਸਵੇਰੇ ਮੈਂ ਪੂਜਾ ਕਰਾਂ ਤਾਂ ਤੁਸੀਂ ਲੋਕਾਂ ਨੂੰ ਡਿਸਟਰਬ ਨਾ ਹੋ। ਤੁਹਾਨੂੰ ਕਿਸ ਨੇ ਕਿਹਾ ਮਾਂ ਕਿ ਸਵੇਰੇ ਸਾਨੂੰ ਡਿਸਟਰਬ ਹੁੰਦਾ ਹੈ? ਉਸ ਦੀ ਗੱਲਾਂ ਸੁਣਦੇ ਹੀ ਸਤਵੀਰ ਜੀ ਇੱਕਦਮ ਤੋਂ ਹੜਬੜਾ ਗਈ। ਅਰੇ ਉਹ ਕਿਸੇ ਨੇ ਕਿਹਾ ਨਹੀਂ, ਪਰ ਉਹ ਕਿਆ ਹੈ, ਮੈਨੂੰ ਦਿਖਦਾ ਨਹੀਂ ਹੈ ਕਿਆ? ਤੁਸੀਂ ਲੋਕ ਵੀ ਡਿਸਟਰਬ ਹੁੰਦੇ ਹੋਗੇ। ਬਸ ਤੂੰ ਤਾਂ ਪੂਜਾ ਘਰ ਮੇਰੇ ਕਮਰੇ ਵਿੱਚ ਸ਼ਿਫਟ ਕਰਾ ਦੇ। ਇਸ ਤੋਂ ਪਹਿਲਾਂ ਕਿ ਰਾਜਵੀਰ ਕੁਝ ਪੁੱਛਦਾ, ਸਤਵੀਰ ਜੀ ਐਸਾ ਕਹਿ ਕੇ ਰਸੋਈ ਵਿੱਚ ਰਾਜਵੀਰ ਦੇ ਲਈ ਚਾਹ ਬਣਾਉਣ ਚਲੀ ਗਈ। ਹੁਣ ਰਾਜਵੀਰ ਦੇ ਮਨ ਵਿੱਚ ਵੀ ਹਲਚਲ ਜਿਹੀ ਹੋਣ ਲੱਗੀ ਸੀ। ਆਖਿਰ ਕੁਝ ਤਾਂ ਹੈ, ਜਦ ਵੀ ਸਿਮਰਨ ਮਾਇਕੇ ਜਾਂਦੀ ਹੈ, ਜਦੀ ਮਾਂ ਇਹ ਅਜੀਬ ਜਿਹੀ ਜਿੱਦ ਕਿਉਂ ਕਰਦੀ ਹੈ? ਪਹਿਲਾ ਕਮਰਾ ਅਤੇ ਹੁਣ ਪੂਜਾ ਘਰ। ਜਦ ਸਿਮਰਨ ਘਰ ਪਰ ਹੁੰਦੀ ਹੈ, ਜਦ ਵੀ ਮਾਂ ਅਤੇ ਉਸਦੇ ਵਿੱਚ ਅਜੀਬ ਜਿਹਾ ਤਣਾਅ ਲੱਗਦਾ ਹੈ। ਕੁਝ ਤਾਂ ਗੱਲ ਹੈ, ਪਰ ਮਾਂ ਦੱਸ ਨਹੀਂ ਰਹੀ ਹੈ। ਉੱਥੇ ਹੀ ਸੋਫੇ ਪਰ ਸਤਵੀਰ ਜੀ ਦਾ ਫੋਨ ਪਿਆ ਹੋਇਆ ਸੀ। ਰਾਜਵੀਰ ਨੇ ਚੁੱਕ ਕੇ ਚੈੱਕ ਕੀਤਾ ਤਾਂ ਉਸ ਵਿੱਚ ਸ਼ਾਮ ਨੂੰ ਸਿਮਰਨ ਦੀ ਮੰਮੀ ਦਾ ਫੋਨ ਆਇਆ ਹੋਇਆ ਸੀ। ਰਾਜਵੀਰ ਨੂੰ ਸੱਚ ਵਿੱਚ ਹੁਣ ਤਾਂ ਕੁਝ ਗੜਬੜ ਹੋਣੇ ਦਾ ਅਹਿਸਾਸ ਹੋਣ ਲੱਗਾ ਸੀ। ਉਸਨੇ ਦੁਬਾਰਾ ਸਤਵੀਰ ਜੀ ਤੋਂ ਪੁੱਛਿਆ ਵੀ, ਪਰ ਉਹ ਟਾਲ ਗਈ। ਆਖਿਰਕਾਰ ਉਹਨਾਂ ਦੀ ਜਿੱਦ ਦੇ ਕਾਰਨ ਰਾਜਵੀਰ ਨੂੰ ਪੂਜਾ ਘਰ ਵੀ ਉਹਨਾਂ ਦੇ ਕਮਰੇ ਵਿੱਚ ਸ਼ਿਫਟ ਕਰਾਉਣਾ ਪਿਆ ਅਤੇ ਦੂਸਰੇ ਦਿਨ ਜਦ ਘਰ ਮੁੜਿਆ ਤਾਂ ਵਾਕਈ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਿਮਰਨ ਮਾਇਕੇ ਤੋਂ ਆ ਗਈ। ਪਰ ਜਦ ਮਾਂ ਹੀ ਨਹੀਂ ਦੱਸਣਾ ਚਾਹੁੰਦੀ ਤਾਂ ਆਖਿਰ ਰਾਜਵੀਰ ਪੁੱਛੇ ਵੀ ਕਿਸ ਤੋਂ? ਸਿਮਰਨ ਨਾਲ ਗੱਲ ਕੀਤੀ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ, ਹੁਣ ਮਾਂ ਦੀ ਇੱਛਾ ਹੈ ਕਿ ਉਹ ਕਿਆ ਕਰਨਾ ਚਾਹੁੰਦੀ ਹੈ ਤਾਂ ਮੈਂ ਕਿਆ ਕਰਾਂ। ਇਸ ਦੇ ਅੱਗੇ ਰਾਜਵੀਰ ਵੀ ਕੁਝ ਨਾ ਕਹਿ ਸਕਿਆ, ਪਰ ਸ਼ੱਕ ਦਾ ਕੀੜਾ ਤਾਂ ਦਿਮਾਗ ਵਿੱਚ ਬੈਠ ਗਿਆ ਸੀ। ਆਖਿਰ ਉਸਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਜਦ ਕੁਝ ਦਿਨ ਬਾਅਦ ਸਿਮਰਨ ਵਾਪਿਸ ਮਾਇਕੇ ਗਈ। ਇਸ ਵਾਰ ਸਤਵੀਰ ਜੀ ਨੇ ਰਾਜਵੀਰ ਨੂੰ ਸਿਮਰਨ ਦੇ ਦਹੇਜ ਵਿੱਚ ਆਇਆ ਹੋਇਆ ਟੀਵੀ ਸਿਮਰਨ ਦੇ ਕਮਰੇ ਵਿੱਚ ਲਗਾਉਣੇ ਨੂੰ ਕਿਹਾ। ਇਸ ਵਾਰ ਰਾਜਵੀਰ ਵਿਗੜ ਗਿਆ। ਇਹ ਕਿਆ ਹੈ ਮਾਂ? ਆਖਿਰ ਇਹ ਕਿਆ ਲਗਾ ਰੱਖਾ ਹੈ ਤੁਸੀਂ? ਜਦ ਵੀ ਸਿਮਰਨ ਮਾਇਕੇ ਜਾਂਦੀ ਹੈ ਤੁਸੀਂ ਬਸ ਇਹੀ ਗੱਲ ਕਰਨੇ ਲੱਗ ਜਾਂਦੀ ਹੋ। ਇਸ ਨੂੰ ਇੱਥੇ ਸੈੱਟ ਕਰੋ, ਉਸ ਨੂੰ ਉੱਥੇ ਸੈੱਟ ਕਰੋ। ਆਖਿਰ ਚੱਲ ਕਿਆ ਰਿਹਾ ਹੈ ਤੁਹਾਡੇ ਮਨ ਵਿੱਚ? ਦੱਸਦੀ ਕਿਉਂ ਨਹੀਂ ਹੋ ਤੁਸੀਂ? ਰਾਜਵੀਰ ਨੂੰ ਇਸ ਤਰ੍ਹਾਂ ਚੀਕਦੇ ਦੇਖ ਕੇ ਸਤਵੀਰ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਲਗਭਗ ਰੋਂਦੀ ਹੋਈ ਬੋਲੀ, ਪੁੱਤ ਮੈਂ ਤਾਂ ਬਸ ਇਹ ਚਾਹੁੰਦੀ ਹਾਂ ਕਿ ਤੁਸੀਂ ਦੋਵੇਂ ਖੁਸ਼ ਰਹੋ। ਆਖਿਰ ਮੇਰੀ ਉਮਰ ਹੀ ਕਿੰਨੀ ਬਚੀ ਹੈ। ਮੇਰੇ ਕਾਰਨ ਤੇਰਾ ਘਰ ਨਾ ਬਸੇ, ਮੈਂ ਐਸਾ ਕਦੀ ਨਹੀਂ ਚਾਹੂੰਗੀ। ਸਤਵੀਰ ਜੀ ਦੀ ਗੱਲਾਂ ਸੁਣ ਕੇ ਰਾਜਵੀਰ ਹੈਰਾਨ ਰਹਿ ਗਿਆ। ਫਿਰ ਬੜੇ ਪਿਆਰ ਨਾਲ ਸਤਵੀਰ ਜੀ ਤੋਂ ਪੁੱਛਿਆ, ਮਾਂ ਸੱਚ ਦੱਸੋ ਹੋ ਕਿਆ ਰਿਹਾ ਹੈ? ਰੋਂਦੇ ਰੋਂਦੇ ਸਤਵੀਰ ਜੀ ਨੇ ਜੋ ਗੱਲ ਕਹੀ ਸੁਣ ਕੇ ਰਾਜਵੀਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਸਤਵੀਰ ਜੀ ਨੂੰ ਰੋਂਦਾ ਦੇਖ ਕੇ ਰਾਜਵੀਰ ਦਾ ਮਨ ਰੋ ਰਿਹਾ ਸੀ, ਪਰ ਫਿਰ ਵੀ ਉਸਨੇ ਹਿੰਮਤ ਕਰਕੇ ਬੜੇ ਹੀ ਪਿਆਰ ਨਾਲ ਸਤਵੀਰ ਜੀ ਤੋਂ ਪੁੱਛਿਆ, ਮਾਂ ਗੱਲ ਕਿਆ ਹੈ? ਜਦ ਤੱਕ ਦੱਸੋਗੀ ਨਹੀਂ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ? ਰਾਜਵੀਰ ਨੂੰ ਇਸ ਤਰ੍ਹਾਂ ਬੋਲਦਾ ਦੇਖ ਕੇ ਸਤਵੀਰ ਜੀ ਨੇ ਰੋਂਦੇ ਰੋਂਦੇ ਹੀ ਉਸਦਾ ਹੱਥ ਫੜ ਕੇ ਕਿਹਾ,
ਪਹਿਲਾਂ ਤੂੰ ਵਾਅਦਾ ਕਰ, ਤੂੰ ਮੈਨੂੰ ਛੱਡ ਕੇ ਨਹੀਂ ਜਾਵੇਂਗਾ। ਮੈਂ ਇਕੱਲੇ ਕਿਵੇਂ ਰਹੂੰਗੀ ਤੇਰੇ ਬਿਨਾਂ? ਤੇਰੇ ਪਾਪਾ ਵੀ ਨਹੀਂ ਹਨ। ਭਗਵਾਨ ਦੇ ਲਈ ਮੈਨੂੰ ਬਿਰਧ ਆਸ਼ਰਮ ਵੀ ਨਾ ਛੱਡਣਾ ਪੁੱਤ। ਮੈਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੀ। ਪਤਾ ਨਹੀਂ ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ। ਅਰੇ ਮਾਂ, ਤੁਸੀਂ ਵੀ ਕੈਸੀ ਕੈਸੀ ਗੱਲਾਂ ਕਰ ਰਹੀ ਹੋ? ਜੋ ਵੀ ਹੈ ਖੁੱਲ੍ਹ ਕੇ ਦੱਸੋ। ਅਤੇ ਮੈਂ ਕਿਉਂ ਛੱਡ ਕੇ ਜਾਣ ਲੱਗਾ ਤੁਹਾਨੂੰ? ਮੈਂ ਕਿਤੇ ਨਹੀਂ ਜਾ ਰਿਹਾ ਹਾਂ ਛੱਡ ਕੇ ਤੁਹਾਨੂੰ। ਤੁਹਾਡੇ ਨਾਲ ਹੀ ਰਹੂੰਗਾ। ਅਤੇ ਕੌਣ ਕਹਿ ਰਿਹਾ ਹੈ ਤੁਹਾਨੂੰ ਕਿ ਮੈਂ ਤੁਹਾਨੂੰ ਬਿਰਧ ਆਸ਼ਰਮ ਛੱਡਣੇ ਵਾਲਾ ਹਾਂ? ਇਹ ਘਰ ਤੁਹਾਡਾ ਹੈ। ਜਿਸ ਦਿਨ ਤੁਹਾਨੂੰ ਐਸਾ ਲੱਗੇ ਮੈਨੂੰ ਘਰ ਤੋਂ ਕੱਢ ਦੇਣਾ। ਜਦ ਸਤਵੀਰ ਜੀ ਨੂੰ ਰਾਜਵੀਰ ਦੀ ਗੱਲਾਂ ਪਰ ਵਿਸ਼ਵਾਸ ਹੋਇਆ, ਜਦ ਸਤਵੀਰ ਜੀ ਨੇ ਬੋਲਣਾ ਸ਼ੁਰੂ ਕੀਤਾ, ਯਾਦ ਹੈ ਤੇਰੇ ਵਿਆਹ ਦੇ ਬਾਅਦ ਜਦ ਸਿਮਰਨ ਦਾ ਭਾਈ ਉਸ ਨੂੰ ਅਚਾਨਕ ਲੈਣ ਆਇਆ ਸੀ ਅਤੇ ਉਹ ਮਾਇਕੇ ਗਈ ਸੀ, ਤਾਂ ਮੈਨੂੰ ਤਾਂ ਇਹੀ ਲੱਗਾ ਸੀ ਕਿ ਉਸਦੇ ਮਾਇਕੇ ਵਾਲਿਆਂ ਨੂੰ ਉਸਦੀ ਯਾਦ ਆ ਰਹੀ ਹੈ। ਪਰ ਉਸਦੇ ਜਾਣੇ ਦੇ ਬਾਅਦ ਸਿਮਰਨ ਦੀ ਮਾਂ ਦਾ ਫੋਨ ਆਇਆ ਸੀ। ਜਦ ਮੈਨੂੰ ਪਤਾ ਚੱਲਿਆ ਕਿ ਸਿਮਰਨ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਸੀ। ਸਮਦਨ ਜੀ ਕਹਿ ਰਹੀ ਸੀ ਕਿ ਮੈਂ ਸਾਰਾ ਦਹੇਜ ਆਪਣੀ ਬੇਟੀ ਅਤੇ ਜਵਾਈ ਦੇ ਇਸਤੇਮਾਲ ਦੇ ਲਈ ਦਿੱਤਾ ਹੈ, ਪਰ ਤੁਸੀਂ ਸਾਰਾ ਸਮਾਨ ਹਾਲ ਵਿੱਚ ਰਖਵਾ ਦਿੱਤਾ। ਸਿਰਫ ਇੱਕ ਬੈੱਡ, ਅਲਮਾਰੀ ਅਤੇ ਡਰੈਸਿੰਗ ਉਹਨਾਂ ਦੇ ਕਮਰੇ ਵਿੱਚ ਰੱਖ ਕੇ ਤੁਸੀਂ ਆਪਣਾ ਫਰਜ਼ ਨਿਭਾ ਦਿੱਤਾ। ਤੁਹਾਡੀ ਤਾਂ ਉਮਰ ਹੋ ਗਈ ਹੈ। ਤੁਸੀਂ ਉਸ ਸਮਾਨ ਨੂੰ ਆਪਣੇ ਕੋਲ ਰੱਖ ਕੇ ਕਿਆ ਕਰੋਗੀ? ਪਰ ਘੱਟ ਤੋਂ ਘੱਟ ਬੱਚਿਆਂ ਦੀ ਇੱਛਾਵਾਂ ਦਾ ਸਨਮਾਨ ਕਰੋ। ਹੁਣ ਤਾਂ ਮੇਰੀ ਬੇਟੀ ਉਸ ਘਰ ਵਿੱਚ ਜਦ ਹੀ ਆਵੇਗੀ ਜਦ ਉਸਦੇ ਕਮਰੇ ਵਿੱਚ ਇਹ ਸਾਰਾ ਸਮਾਨ ਸਜੇਗਾ। ਹੁਣ ਤੂੰ ਹੀ ਦੱਸ ਬੇਟਾ, ਕਿ ਤੇਰੇ ਉਸ ਛੋਟੇ ਜਿਹੇ ਕਮਰੇ ਵਿੱਚ ਸਾਰਾ ਸਮਾਨ ਕਿਵੇਂ ਆਉਂਦਾ? ਇਸ ਲਈ ਮੈਂ ਤੈਨੂੰ ਕਿਹਾ ਕਿ ਮੇਰਾ ਸਮਾਨ ਤੇਰੇ ਕਮਰੇ ਵਿੱਚ ਸ਼ਿਫਟ ਕਰ ਦੇ ਅਤੇ ਤੂੰ ਮੇਰਾ ਕਮਰਾ ਲੈ ਲੈ, ਤਾਂ ਘੱਟ ਤੋਂ ਘੱਟ ਨੂੰਹ ਦਾ ਦਹੇਜ ਦਾ ਸਮਾਨ ਤਾਂ ਆ ਹੀ ਜਾਵੇਗਾ। ਪਰ ਜਦ ਸਿਮਰਨ ਦੂਸਰੀ ਵਾਰ ਮਾਇਕੇ ਗਈ, ਜਦ ਵੀ ਇਹੀ ਲੱਗਾ ਕਿ ਉਸ ਨੂੰ ਆਪਣੇ ਮਾਤਾ ਪਿਤਾ ਦੀ ਯਾਦ ਆ ਰਹੀ ਹੈ। ਪਰ ਇਹ ਵੀ ਮੇਰੀ ਗਲਤਫਹਿਮੀ ਹੀ ਸਾਬਿਤ ਹੋਈ। ਸਿਮਰਨ ਉੱਥੇ ਪਹੁੰਚੀ ਕਿ ਥੋੜ੍ਹੀ ਦੇਰ ਬਾਅਦ ਹੀ ਉਸਦੀ ਮਾਂ ਦਾ ਫੋਨ ਆ ਗਿਆ। ਕਹਿਣ ਲੱਗੀ ਕਿ ਸਿਮਰਨ ਨੂੰ ਮੇਰੇ ਕਾਰਨ ਆਪਣੀ ਗ੍ਰਸਤੀ ਬਸਾਣੇ ਵਿੱਚ ਬਹੁਤ ਦਿੱਕਤ ਹੁੰਦੀ ਹੈ। ਬੇਚਾਰੀ ਉਹਨਾਂ ਦੀ ਬੇਟੀ ਕੁਝ ਕਹਿ ਨਹੀਂ ਪਾਉਂਦੀ ਅਤੇ ਤੁਹਾਡਾ ਬੇਟਾ ਤੁਹਾਡਾ ਲਿਹਾਜ਼ ਕਰ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਦਾ ਜੀਣਾ ਦੁੱਭਰ ਕਰਕੇ ਰੱਖੋ। ਤੁਸੀਂ ਤਾਂ ਆਪਣਾ ਸਵੇਰੇ ਸਵੇਰੇ ਪੂਜਾ ਪਾਠ ਕਰਨ ਬੈਠ ਜਾਂਦੀ ਹੋ, ਪਰ ਮੇਰੀ ਬੇਟੀ ਦੀ ਤਾਂ ਨੀਂਦ ਖਰਾਬ ਹੋ ਜਾਂਦੀ ਹੈ। ਦੇਖੋ ਸਮਦਨ ਜੀ, ਸਮਝਾਉਣਾ ਮੇਰਾ ਫਰਜ਼ ਹੈ। ਤੁਸੀਂ ਤਾਂ ਹੁਣੇ ਨਵੀਂ ਸੱਸ ਬਣੀ ਹੋ, ਪਰ ਮੈਨੂੰ ਤਾਂ ਦੋ ਨੂੰਹਾਂ ਰੱਖਣੇ ਦਾ ਤਜੁਰਬਾ ਹੈ। ਬਾਕੀ ਤੁਹਾਡੀ ਮਰਜ਼ੀ। ਹੁਣ ਸਮਦਨ ਜੀ ਨੇ ਤੇਰਾ ਹੀ ਨਾਮ ਲੈ ਲਿਆ ਸੀ, ਤਾਂ ਮੈਨੂੰ ਲੱਗਾ ਕਿ ਤੇਰੀ ਵੀ ਇਸ ਵਿੱਚ ਰਜ਼ਾਮੰਦੀ ਹੈ। ਇਸ ਲਈ ਮੈਂ ਪੂਜਾ ਘਰ ਵੀ ਆਪਣੇ ਕਮਰੇ ਵਿੱਚ ਸ਼ਿਫਟ ਕਰਵਾ ਲਿਆ। ਪਰ ਅੱਜ ਸਿਰਫ ਇੱਕ LED ਦੇ ਲਈ ਉਹਨਾਂ ਨੇ ਮੈਨੂੰ ਕਿੰਨਾ ਕੁਝ ਸੁਣਾ ਦਿੱਤਾ। ਕਹਿੰਦੇ ਸਤਵੀਰ ਜੀ ਜ਼ੋਰ ਨਾਲ ਰੋਣ ਲੱਗੀ। ਰਾਜਵੀਰ ਬਹੁਤ ਦੇਰ ਤੱਕ ਤਾਂ ਮਾਂ ਨੂੰ ਚੁੱਪ ਕਰਾਉਣੇ ਦੀ ਕੋਸ਼ਿਸ਼ ਕਰਦਾ ਰਿਹਾ। ਜਦ ਮਾਂ ਚੁੱਪ ਨਹੀਂ ਹੋਈ ਤਾਂ ਰਾਜਵੀਰ ਉੱਠ ਕੇ ਰਸੋਈ ਵਿੱਚ ਗਿਆ ਅਤੇ ਪਾਣੀ ਦਾ ਗਿਲਾਸ ਭਰ ਕੇ ਲੈ ਆਇਆ ਅਤੇ ਸਤਵੀਰ ਜੀ ਨੂੰ ਦੇਖ ਕੇ ਚੁੱਪ ਕਰਾਉਂਦੇ ਹੋਏ ਬੋਲਿਆ, ਕਿਆ ਕਿਹਾ ਮਾਂ ਉਹਨਾਂ ਲੋਕਾਂ ਨੇ? ਮੈਨੂੰ ਸਭ ਕੁਝ ਦੱਸੋ, ਮੈਂ ਵੀ ਤਾਂ ਦੇਖਾਂ ਕੌਣ ਕਿਸ ਹੱਦ ਤੱਕ ਜਾ ਸਕਦਾ ਹੈ। ਆਖਿਰ ਸਤਵੀਰ ਜੀ ਥੋੜ੍ਹੀ ਤਸੱਲੀ ਨਾਲ ਬੋਲੀ। ਸਮਦਨ ਜੀ ਕਹਿ ਰਹੀ ਸੀ ਕਿ ਇਸ ਉਮਰ ਵਿੱਚ ਕਿਆ ਮੋਹ ਮਾਇਆ ਦੇ ਚੱਕਰ ਵਿੱਚ ਪਈ ਹੋ। ਮੈਂ LED ਮੇਰੀ ਬੇਟੀ ਦੇ ਦਹੇਜ ਵਿੱਚ ਇਹ ਸੋਚ ਕੇ ਦਿੱਤੀ ਸੀ ਕਿ ਮੇਰੀ ਬੇਟੀ ਅਤੇ ਜਵਾਈ LED ਪਰ ਆਪਣੇ ਕਮਰੇ ਵਿੱਚ ਆਰਾਮ ਨਾਲ ਫਿਲਮਾਂ ਦੇਖਣਗੇ। ਉਹ ਲੋਕ ਤਾਂ ਇਸ ਦਾ ਕੋਈ ਫਾਇਦਾ ਉਠਾ ਹੀ ਨਹੀਂ ਪਾਉਂਦੇ।
ਤੁਸੀਂ ਤਾਂ LED ਹਾਲ ਵਿੱਚ ਲਗਵਾ ਦਿੱਤੀ। ਮੇਰੀ ਬੇਟੀ ਜਵਾਈ ਦੀ ਫਿਲਮ ਦੀ ਜਗ੍ਹਾ ਇਸ ਪਰ ਤੁਹਾਡੇ ਸਤਸੰਗ ਚੱਲਦੇ ਹਨ। ਤੁਹਾਨੂੰ ਤਾਂ ਕੁਝ ਸਮਝ ਵਿੱਚ ਨਹੀਂ ਆਉਂਦਾ ਕਿ ਉਹਨਾਂ ਦੀ ਵੀ ਜ਼ਿੰਦਗੀ ਹੈ। ਜੇਕਰ ਪਾਣੀ ਸਿਰ ਤੋਂ ਉੱਪਰ ਨਿਕਲ ਗਿਆ ਤਾਂ ਕਿਤੇ ਐਸਾ ਨਾ ਹੋ ਕਿ ਬੇਟਾ ਨੂੰ ਤੁਹਾਨੂੰ ਛੱਡ ਕੇ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈਣ ਜਾਂ ਫਿਰ ਤੁਹਾਨੂੰ ਬਿਰਧ ਆਸ਼ਰਮ ਹੀ ਛੱਡ ਆਉਣ। ਗਲਤੀ ਸਾਰੀ ਤੁਹਾਡੀ ਹੋਵੇਗੀ, ਪਰ ਬਦਨਾਮ ਮੇਰੀ ਬੇਟੀ ਹੋ ਜਾਵੇਗੀ। ਹੁਣ ਤੂੰ ਹੀ ਦੱਸ ਬੇਟਾ, ਮੈਂ ਉਸ ਸਮੇਂ ਵੀ ਤੈਨੂੰ ਇੰਨਾ ਕਿਹਾ ਸੀ ਕਿ LED ਆਪਣੇ ਕਮਰੇ ਵਿੱਚ ਲਗਵਾ ਲੈ, ਪਰ ਤੂੰ ਨਹੀਂ ਮੰਨਿਆ। ਮੇਰੀ ਕਿਆ ਗਲਤੀ ਹੈ? ਹੁਣ ਤਾਂ ਜਦ ਵੀ ਸਮਦਨ ਜੀ ਦਾ ਫੋਨ ਆਉਂਦਾ ਹੈ ਜਾਂ ਸਿਮਰਨ ਮਾਇਕੇ ਜਾਂਦੀ ਹੈ ਤਾਂ ਮੈਨੂੰ ਘਬਰਾਹਟ ਜਿਹੀ ਹੋਣ ਲੱਗਦੀ ਹੈ ਕਿ ਹੁਣ ਕਿਆ ਨਵਾਂ ਬਖੇੜਾ ਹੋਣੇ ਵਾਲਾ ਹੈ। ਤੇਰੇ ਪਾਪਾ ਦੇ ਜਾਣੇ ਦੇ ਬਾਅਦ ਮੈਂ ਬਹੁਤ ਸੰਘਰਸ਼ ਕਰਕੇ ਤੈਨੂੰ ਪਾਲਿਆ ਹੈ। ਸਾਰੇ ਰਿਸ਼ਤੇਦਾਰ ਸਾਥ ਛੱਡ ਚੁੱਕੇ ਸੀ। ਸੋਚਿਆ ਸੀ ਪੂਰੀ ਜ਼ਿੰਦਗੀ ਸੰਘਰਸ਼ ਕਰਦੇ ਹੋਏ ਗਈ। ਘੱਟ ਤੋਂ ਘੱਟ ਤੇਰੇ ਵਿਆਹ ਦੇ ਬਾਅਦ ਸਕੂਨ ਦੇ ਕੁਝ ਪਲ ਵੀ ਜੀ ਲੂੰਗੀ, ਪਰ ਸੱਚ ਕਹਾਂ ਤਾਂ ਹੁਣ ਮੈਨੂੰ ਬਹੁਤ ਡਰ ਲੱਗਦਾ ਹੈ। ਕਹਿੰਦੇ ਕਹਿੰਦੇ ਸਤਵੀਰ ਜੀ ਦੇ ਹੱਥ ਕੰਬਣ ਲੱਗੇ ਸੀ, ਜੀਭ ਲੜਖੜਾਉਣ ਲੱਗੀ ਸੀ। ਇਹ ਦੇਖ ਕੇ ਰਾਜਵੀਰ ਨੂੰ ਆਪਣੀ ਮਾਂ ਪਰ ਤਰਸ ਤਾਂ ਸਿਮਰਨ ਅਤੇ ਉਸਦੀ ਮਾਂ ਪਰ ਗੁੱਸਾ ਆ ਰਿਹਾ ਸੀ। ਕਿਆ ਹਾਲਤ ਕਰ ਦਿੱਤੀ ਉਹਨਾਂ ਲੋਕਾਂ ਨੇ ਮੇਰੀ ਮਾਂ ਦੀ। ਜਿਵੇਂ ਤਿਵੇਂ ਆਪਣੇ ਗੁੱਸੇ ਨੂੰ ਕੰਟਰੋਲ ਕਰ ਰਾਜਵੀਰ ਸਤਵੀਰ ਜੀ ਨੂੰ ਹਿੰਮਤ ਦਿੰਦੇ ਹੋਏ ਬੋਲਿਆ, ਮਾਂ ਤੁਹਾਨੂੰ ਮੇਰੇ ਪਰ ਬਿਲਕੁਲ ਵੀ ਭਰੋਸਾ ਨਹੀਂ ਸੀ ਕਿਆ? ਤੁਹਾਨੂੰ ਸ਼ੁਰੂਆਤ ਵਿੱਚ ਹੀ ਮੈਨੂੰ ਸਭ ਗੱਲਾਂ ਬੋਲ ਦੇਣੀ ਚਾਹੀਦੀ ਸੀ ਨਾ। ਬੇਵਜ੍ਹਾ ਪਰੇਸ਼ਾਨ ਹੁੰਦੀ ਰਹੀ ਤੁਸੀਂ। ਜੇਕਰ ਸ਼ੁਰੂਆਤ ਵਿੱਚ ਹੀ ਬੋਲ ਦਿੰਦੀ ਤਾਂ ਉਸਦਾ ਹੱਲ ਵੀ ਜਦੀ ਨਿਕਲ ਜਾਂਦਾ। ਨਹੀਂ ਬੇਟਾ, ਐਸੀ ਗੱਲ ਨਹੀਂ ਹੈ। ਜਿਸ ਤਰ੍ਹਾਂ ਨਾਲ ਸੰਬੰਧੀ ਗੱਲਾਂ ਕਰਦੇ ਸੀ, ਮੈਨੂੰ ਲੱਗਦਾ ਸੀ ਕਿ ਸ਼ਾਇਦ ਇਸ ਵਿੱਚ ਤੇਰੀ ਵੀ ਰਜ਼ਾਮੰਦੀ ਹੈ। ਇੱਕ ਦੋ ਵਾਰ ਸੋਚਿਆ ਵੀ ਕਿ ਤੇਰੇ ਤੋਂ ਪੁੱਛ ਲਵਾਂ, ਫਿਰ ਲੱਗਾ ਕਿ ਸਮਾਨ ਸ਼ਿਫਟ ਕਰਨੇ ਨਾਲ ਹੀ ਸਾਰੀ ਸਮੱਸਿਆ ਦਾ ਹੱਲ ਨਿਕਲ ਰਿਹਾ ਹੈ ਤਾਂ ਗਲਤ ਕਿਆ ਹੈ। ਪਰ ਇਸ ਵਾਰ ਤਾਂ ਸਮਦਨ ਜੀ ਕੁਝ ਜ਼ਿਆਦਾ ਹੀ ਬੋਲ ਗਈ। ਸਤਵੀਰ ਜੀ ਨੇ ਆਪਣੀ ਤਰਫ ਤੋਂ ਸਫਾਈ ਦਿੱਤੀ, ਉਹ ਜੇਕਰ ਜ਼ਿਆਦਾ ਬੋਲਦੀ ਨਹੀਂ ਤਾਂ ਸ਼ਾਇਦ ਤੁਸੀਂ ਮੈਨੂੰ ਕੁਝ ਦੱਸਦੀ ਵੀ ਨਹੀਂ। ਪਰ ਕੋਈ ਗੱਲ ਨਹੀਂ, ਦੇਰ ਤੋਂ ਹੀ ਸਹੀ, ਆਖਿਰ ਪਤਾ ਤਾਂ ਚੱਲਿਆ ਕਿ ਸਾਡੇ ਨਾਲ ਹੋ ਕਿਆ ਰਿਹਾ ਹੈ। ਤੁਸੀਂ ਪਰੇਸ਼ਾਨ ਨਾ ਹੋਣਾ ਮਾਂ, ਹੁਣ ਇਸ ਦਾ ਫੈਸਲਾ ਤਾਂ ਬਹੁਤ ਜਲਦੀ ਹੀ ਕਰੂੰਗਾ। ਰਾਜਵੀਰ ਦੀ ਗੱਲ ਸੁਣ ਕੇ ਸਤਵੀਰ ਜੀ ਘਬਰਾਉਂਦੇ ਹੋਏ ਬੋਲੀ, ਨਹੀਂ ਨਹੀਂ ਪੁੱਤ, ਤੂੰ ਕੋਈ ਐਸਾ ਕਦਮ ਨਾ ਚੁੱਕਣਾ ਜਿਸ ਨਾਲ ਕੋਈ ਸਮੱਸਿਆ ਖੜੀ ਹੋ। ਮੇਰੇ ਕਾਰਨ ਤੇਰੀ ਗ੍ਰਸਤੀ ਖਰਾਬ ਹੋ, ਮੈਂ ਬਿਲਕੁਲ ਨਹੀਂ ਚਾਹੂੰਗੀ। ਮਾਂ, ਗ੍ਰਸਤੀ ਕਿਸੇ ਇੱਕ ਇਨਸਾਨ ਦੇ ਭਰੋਸੇ ਨਹੀਂ ਚੱਲਦੀ। ਇਸ ਵਿੱਚ ਦੋ ਲੋਕਾਂ ਦਾ ਬਰਾਬਰ ਯੋਗਦਾਨ ਹੁੰਦਾ ਹੈ। ਪਰ ਇੱਥੇ ਤੁਹਾਡੀ ਨੂੰ ਯੋਗਦਾਨ ਨਹੀਂ ਬਲਕਿ ਸਿਰਫ ਜਾਣਦੀ ਹੈ ਤਾਂ ਉਸ ਨੂੰ ਇਸੀ ਭਾਸ਼ਾ ਵਿੱਚ ਸਮਝਾਉਣਾ ਪਵੇਗਾ। ਵਿਸ਼ਵਾਸ ਕਰੋ ਮਾਂ, ਇਸ ਰਿਸ਼ਤੇ ਨੂੰ ਸਿਰਫ ਇੱਕ ਮੌਕਾ ਹੋਰ ਦੇ ਰਿਹਾ ਹਾਂ, ਨਹੀਂ ਤਾਂ ਜਿਸ ਤਰ੍ਹਾਂ ਦਾ ਇਹ ਰਿਸ਼ਤਾ ਹੈ ਨਾ, ਇਸ ਦਾ ਟੁੱਟ ਜਾਣਾ ਹੀ ਬਿਹਤਰ ਹੈ। ਕਿਉਂਕਿ ਜ਼ਿੰਦਗੀ ਭਰ ਦੇ ਦੁੱਖ ਤੋਂ ਇੱਕ ਵਾਰ ਦਾ ਦੁੱਖ ਬਿਹਤਰ ਹੁੰਦਾ ਹੈ। ਬਸ ਆਪਣੇ ਪੁੱਤ ਪਰ ਵਿਸ਼ਵਾਸ ਰੱਖੋ, ਕੱਲ੍ਹ ਦਾ ਦਿਨ ਕੁਝ ਅਲੱਗ ਕਹਾਣੀ ਲੈ ਕੇ ਆਵੇਗਾ। ਦੂਸਰੇ ਦਿਨ ਜਦ ਸਤਵੀਰ ਜੀ ਉੱਠੀ ਤਾਂ ਦੇਖਿਆ ਰਾਜਵੀਰ ਜਾਗ ਚੁੱਕਾ ਸੀ ਅਤੇ ਫੋਨ ਪਰ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਸਤਵੀਰ ਜੀ ਚਾਹ ਬਣਾ ਕੇ ਲੈ ਆਈ ਅਤੇ ਦੋਵੇਂ ਮਾਂ ਪੁੱਤ ਚਾਹ ਪੀਣ ਬੈਠੇ। ਇੰਨੇ ਵਿੱਚ ਦਰਵਾਜ਼ੇ ਦੀ ਡੋਰ ਬੈਲ ਵੱਜੀ। ਸਤਵੀਰ ਜੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ 3 ਲੋਕ ਖੜੇ ਸੀ। ਸਤਵੀਰ ਜੀ ਨੇ ਹੈਰਾਨੀ ਨਾਲ ਉਹਨਾਂ ਲੋਕਾਂ ਤੋਂ ਪੁੱਛਿਆ, ਤੁਹਾਨੂੰ ਕਿਸ ਨਾਲ ਮਿਲਣਾ ਹੈ? ਤਾਂ ਉਹਨਾਂ ਵਿੱਚ ਤੋਂ ਇੱਕ ਮੁੰਡਾ ਬੋਲਿਆ, ਮੈਡਮ ਸਾਨੂੰ ਰਾਜਵੀਰ ਭਾਈ ਨੇ ਬੁਲਾਇਆ ਹੈ, ਤੁਸੀਂ ਉਹਨਾਂ ਨੂੰ ਬੁਲਾ ਦੇਵੋ ਤਾਂ ਅਸੀਂ ਸਾਡਾ
ਕੰਮ ਸ਼ੁਰੂ ਕਰੀਏ। ਇੰਨੇ ਵਿੱਚ ਖੁਦ ਰਾਜਵੀਰ ਬਾਹਰ ਆ ਗਿਆ ਅਤੇ ਆਉਂਦੇ ਹੀ ਬੋਲਿਆ, ਆ ਗਏ ਤੁਸੀਂ ਲੋਕ, ਚਲੋ ਜਲਦੀ ਜਲਦੀ ਕੰਮ ਨਿਪਟਾਣਾ ਹੈ। ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਹੜਾ ਕਿਹੜਾ ਸਮਾਨ ਚੁੱਕਣਾ ਹੈ। ਇੰਨੇ ਵਿੱਚ ਸਤਵੀਰ ਜੀ ਬੋਲੀ, ਰਾਜਵੀਰ ਕਿਹੜਾ ਸਮਾਨ ਚੁੱਕਣੇ ਦੀ ਗੱਲ ਕਰ ਰਹੇ ਹੋ, ਮੈਨੂੰ ਦੱਸੋਗੇ? ਆਖਿਰ ਚੱਲ ਕਿਆ ਰਿਹਾ ਹੈ? ਮਾਂ ਬਸ ਮੇਰਾ ਸਾਥ ਦਿਓ। ਹਰ ਸਮੱਸਿਆ ਦਾ ਸਮਾਧਾਨ ਹੁੰਦਾ ਹੈ। ਕੋਈ ਸਿੱਧੇ ਤਰੀਕੇ ਨਾਲ ਸਮਝਦਾ ਹੈ ਤਾਂ ਕੋਈ ਦੂਸਰੇ ਤਰੀਕੇ ਨਾਲ। ਜਿਸ ਤਰ੍ਹਾਂ ਦੀ ਹਰਕਤ ਉਹ ਲੋਕ ਕਰ ਚੁੱਕੇ ਹਨ, ਉਸ ਨਾਲ ਇੰਨਾ ਤਾਂ ਸਮਝ ਵਿੱਚ ਆ ਗਿਆ ਹੈ ਕਿ ਉਹਨਾਂ ਨੂੰ ਸਿੱਧਾ ਤਰੀਕਾ ਸਮਝ ਵਿੱਚ ਨਹੀਂ ਆਉਂਦਾ, ਤਾਂ ਬਸ ਹੁਣ ਦੂਸਰੇ ਤਰੀਕੇ ਨਾਲ ਸਮਝਾ ਰਿਹਾ ਹਾਂ। ਪਰ ਤੂੰ ਕਰਨਾ ਕਿਆ ਚਾਹੁੰਦਾ ਹੈ, ਮੈਨੂੰ ਦੱਸ ਤਾਂ ਸਹੀ। ਹੁਣੇ ਵੀ ਸਤਵੀਰ ਜੀ ਆਪਣੇ ਪੁੱਤ ਤੋਂ ਪੁੱਛਦੀ ਜਾ ਰਹੀ ਸੀ। ਮਾਂ ਬਸ 1 ਮਿੰਟ, ਮੈਂ ਹੁਣੇ ਆਇਆ, ਕਹਿ ਕੇ ਰਾਜਵੀਰ ਉਹਨਾਂ ਮੁੰਡਿਆਂ ਨੂੰ ਕੁਝ ਸਮਝਾ ਕੇ ਆ ਗਿਆ ਅਤੇ ਆ ਕੇ ਸਤਵੀਰ ਜੀ ਨੂੰ ਬੋਲਿਆ, ਦੇਖੋ ਮਾਂ, ਮੇਰੇ ਪਰ ਵਿਸ਼ਵਾਸ ਰੱਖੋ ਅਤੇ ਮੇਰਾ ਸਾਥ ਦਿਓ। ਥੋੜ੍ਹਾ ਸਖਤ ਤਾਂ ਤੁਹਾਨੂੰ ਵੀ ਬਣਨਾ ਪਵੇਗਾ। ਬਸ ਇੰਨਾ ਵਿਸ਼ਵਾਸ ਦਿਲਾਉਂਦਾ ਹਾਂ ਕਿ ਗਲਤ ਕੁਝ ਵੀ ਨਹੀਂ ਹੋਵੇਗਾ। ਫਿਰ ਰਾਜਵੀਰ ਨੇ ਆਪਣੀ ਯੋਜਨਾ ਮਾਂ ਨੂੰ ਸਮਝਾਈ। ਸੁਣ ਕੇ ਸਤਵੀਰ ਜੀ ਬੋਲੀ, ਸਭ ਠੀਕ ਤਾਂ ਹੋਵੇਗਾ ਨਾ ਪੁੱਤ? ਹੁਣੇ ਵੀ ਆਪਣੀ ਮਾਂ ਨੂੰ ਹੈਰਾਨ ਪਰੇਸ਼ਾਨ ਦੇਖ ਰਾਜਵੀਰ ਬੋਲਿਆ, ਅਰੇ ਮਾਂ, ਕਿਉਂ ਟੈਨਸ਼ਨ ਲੈ ਰਹੀ ਹੋ? ਆਰ ਜਾ ਪਾਰ ਬਸ। ਹੁਣ ਕਿਆ ਸੀ? ਰਾਜਵੀਰ ਆਪਣੀ ਯੋਜਨਾ ਪਰ ਅਮਲ ਕਰਨ ਲੱਗਾ। 2 ਘੰਟੇ ਬਾਅਦ ਰਾਜਵੀਰ ਆਪਣੇ ਸਸੁਰਾਲ ਦੇ ਦਰਵਾਜ਼ੇ ਪਰ ਸੀ। ਜਿਵੇਂ ਹੀ ਉਸਨੇ ਦਰਵਾਜ਼ਾ ਖੜਕਾਇਆ, ਬੜੇ ਸਾਲੇ ਸਾਹਿਬ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਸਮੇਂ ਘਰ ਦੇ ਲੋਕ ਨਾਸ਼ਤਾ ਕਰ ਰਹੇ ਸੀ। ਉਸ ਨੂੰ ਘਰ ਆਇਆ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ। ਸਿਮਰਨ ਦੀ ਦੋਨੋਂ ਭਾਬੀ ਵੀ ਰਸੋਈ ਤੋਂ ਨਿਕਲ ਕੇ ਬਾਹਰ ਆ ਗਈ। ਖੁਦ ਸਿਮਰਨ ਅਤੇ ਉਸਦੀ ਮਾਂ ਉਸ ਨੂੰ ਉੱਥੇ ਦੇਖ ਕੇ ਹੈਰਾਨ ਸੀ। ਇੰਨੇ ਵਿੱਚ ਸਸੁਰ ਜੀ ਬੋਲੇ, ਅਰੇ ਰਾਜਵੀਰ ਜੀ, ਅੱਜ ਅਚਾਨਕ ਤੁਸੀਂ ਇੱਥੇ, ਸਭ ਖੈਰੀਅਤ ਤਾਂ ਹੈ ਨਾ? ਹਾਂ ਹਾਂ ਪਾਪਾ ਜੀ, ਤੁਸੀਂ ਫਿਕਰ ਨਾ ਕਰੋ, ਸਭ ਖੈਰੀਅਤ ਹੈ। ਇੰਨੇ ਵਿੱਚ ਵੱਡੇ ਭਾਈ ਵੀ ਬੋਲੇ, ਅਰੇ ਖੜੇ ਖੜੇ ਸਭ ਦੇਖ ਕਿਆ ਰਹੇ ਹੋ? ਰਾਜਵੀਰ ਜੀ ਆਏ ਹਨ, ਉਹਨਾਂ ਦੇ ਲਈ ਵੀ ਚਾਹ ਨਾਸ਼ਤਾ ਲਗਾਓ। ਰਾਜਵੀਰ ਨੇ ਬੜੀ ਵਿਨਮਰਤਾ ਨਾਲ ਹੱਥ ਜੋੜ ਕੇ ਕਿਹਾ, ਨਹੀਂ ਭਾਈ, ਮੈਂ ਨਾਸ਼ਤਾ ਨਹੀਂ ਕਰੂੰਗਾ, ਹੁਣੇ ਮੈਂ ਜਲਦੀ ਵਿੱਚ ਹਾਂ, ਦਫ਼ਤਰ ਵੀ ਜਾਣਾ ਹੈ। ਉਹ ਤਾਂ ਮੈਂ ਹੀ ਸਮਾਨ ਰਖਵਾਣੇ ਆਇਆ ਸੀ। ਰਾਜਵੀਰ ਦੀ ਗੱਲ ਸੁਣ ਕੇ ਸਾਰੇ ਹੈਰਾਨੀ ਨਾਲ ਇੱਕ ਦੂਸਰੇ ਦੀ ਸ਼ਕਲ ਦੇਖਣ ਲੱਗੇ। ਆਖਿਰ ਸਿਮਰਨ ਦੀ ਮਾਂ ਨੇ ਕਿਹਾ, ਜਵਾਈ ਜੀ, ਕਿਹੜਾ ਸਮਾਨ ਰੱਖਣੇ ਦੀ ਗੱਲ ਕਰ ਰਹੇ ਹੋ ਤੁਸੀਂ? ਉਹਨਾਂ ਦੀ ਗੱਲ ਸੁਣ ਕੇ ਰਾਜਵੀਰ ਮੁਸਕਰਾਇਆ ਅਤੇ ਬੋਲਿਆ, ਉਹੀ ਜੋ ਬਾਹਰ ਟਰੱਕ ਵਿੱਚ ਹੈ। ਟਰੱਕ ਵਿੱਚ? ਸਾਰੇ ਹੈਰਾਨ ਰਹਿ ਗਏ ਅਤੇ ਫਟਾਫਟ ਨਿਕਲ ਕੇ ਬਾਹਰ ਆਏ। ਦੇਖਿਆ ਤਾਂ ਟਰੱਕ ਵਿੱਚ ਉਹ ਸਮਾਨ ਰੱਖਿਆ ਸੀ ਜੋ ਸਿਮਰਨ ਦੇ ਮਾਇਕੇ ਵਾਲਿਆਂ ਨੇ ਉਸ ਨੂੰ ਦਹੇਜ ਵਿੱਚ ਦਿੱਤਾ ਸੀ। ਉਸ ਸਮਾਨ ਨੂੰ ਦੇਖ ਕੇ ਘਰ ਦੇ ਸਭ ਲੋਕ ਪ੍ਰਸ਼ਨਵਾਚਕ ਨਜ਼ਰਾਂ ਨਾਲ ਇੱਕ ਦੂਸਰੇ ਦੀ ਤਰਫ ਦੇਖਣ ਲੱਗੇ। ਸਿਮਰਨ ਕਦੀ ਆਪਣੀ ਮਾਂ ਨੂੰ ਤਾਂ ਕਦੀ ਰਾਜਵੀਰ ਨੂੰ ਦੇਖ ਰਹੀ ਸੀ। ਆਸ ਪੜੋਸ ਦੇ ਲੋਕ ਉੱਥੇ ਖੜੇ ਹੋ ਕੇ ਗੱਲਾਂ ਕਰਨ ਲੱਗੇ। ਸਿਮਰਨ ਦੀ ਮੰਮੀ ਬੋਲੀ, ਜਵਾਈ ਜੀ, ਇਹ ਕਿਆ ਹਰਕਤ ਹੈ? ਤੁਸੀਂ ਭਲਾ ਇਹ ਸਮਾਨ ਇੱਥੇ ਕਿਉਂ ਲੈ ਕੇ ਆਏ ਹੋ? ਇੱਥੇ ਹੀ ਸਭ ਲਿਆਉਣੇ ਤੋਂ ਪਹਿਲਾਂ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਸਾਡੀ ਕਿਆ ਇੱਜ਼ਤ ਰਹਿ ਜਾਵੇਗੀ? ਦੇਖੋ ਬਾਹਰ ਸਾਰੇ ਲੋਕ ਖੜੇ ਹੋ ਕੇ ਕਿਵੇਂ ਗੱਲਾਂ ਕਰ ਰਹੇ ਹਨ। ਸਿਮਰਨ ਦੇ ਪਾਪਾ ਵੀ ਬੋਲੇ, ਜਵਾਈ ਜੀ, ਇਹ ਸਭ ਕਿਆ ਹੈ? ਮੈਨੂੰ ਤਾਂ ਹੁਣੇ ਵੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਹੈ। ਰਾਜਵੀਰ ਹੱਥ ਜੋੜ ਕੇ ਸਮਝਾਉਂਦੇ ਹੋਏ ਬੋਲਿਆ, ਦੇਖੋ ਸਸੁਰ ਜੀ, ਇਹ ਦਹੇਜ ਤੁਹਾਡੀ ਬੇਟੀ ਦਾ ਹੈ, ਜਿਸ ਨੂੰ ਤੁਸੀਂ ਲੋਕਾਂ ਨੇ ਦਿੱਤਾ ਹੈ। ਪਰ ਉਹ ਘਰ ਤਾਂ ਮੇਰੀ ਮਾਂ ਦਾ ਹੈ, ਜੋ ਮੇਰੇ ਪਿਤਾ ਨੇ ਬਣਵਾਇਆ ਸੀ। ਮਾਂ ਨੇ ਸਾਫ਼ ਕਹਿ ਦਿੱਤਾ ਹੈ ਕਿ
ਜਾਂ ਤਾਂ ਤੂੰ ਆਪਣਾ ਨਵਾਂ ਮਕਾਨ ਖਰੀਦ ਲੈ ਜਾਂ ਫਿਰ ਜਿਸ ਦਾ ਦਹੇਜ ਹੈ ਉਸਦੇ ਘਰ ਪਹੁੰਚਾ ਦੇ। ਮੇਰੇ ਘਰ ਵਿੱਚ ਦਹੇਜ ਦੇ ਲਈ ਕੋਈ ਜਗ੍ਹਾ ਨਹੀਂ ਹੈ। ਆਖਿਰ ਜਦ ਤੋਂ ਇਹ ਦਹੇਜ ਘਰ ਆਇਆ ਹੈ ਮੇਰਾ ਚੈਨ ਅਤੇ ਸਕੂਨ ਖੋ ਗਿਆ ਹੈ। ਜਦੀ ਸਿਮਰਨ ਦੀ ਮਾਂ ਬੋਲੀ, ਤੁਸੀਂ ਕਹਿਣਾ ਕਿਆ ਚਾਹੁੰਦੇ ਹੋ? ਸਾਫ਼-ਸਾਫ਼ ਕਹੋ। ਆਖਿਰ ਸਮੱਸਿਆ ਕਿਆ ਹੈ ਤੁਹਾਡੀ ਮਾਂ ਨੂੰ? ਰਾਜਵੀਰ ਮੁਸਕਰਾ ਕੇ ਬੋਲਿਆ, ਬਸ ਇਹੀ ਸਾਸੂ ਮਾਂ ਕਿ ਜੇਕਰ ਦਹੇਜ ਵਿੱਚ ਤੁਸੀਂ ਮਕਾਨ ਵੀ ਦੇ ਦਿੰਦੀ ਤਾਂ ਤੁਹਾਡੀ ਬੇਟੀ ਦੀ ਥੋੜ੍ਹੀ ਸਹੂਲਤ ਹੋ ਜਾਂਦੀ। ਉਸ ਨੂੰ ਇਵੇਂ ਪਰੇਸ਼ਾਨ ਨਹੀਂ ਹੋਣਾ ਪੈਂਦਾ ਅਤੇ ਉਸ ਨੂੰ ਮਾਇਕੇ ਆ ਕੇ ਨਹੀਂ ਬੈਠਣਾ ਪੈਂਦਾ। ਰਾਜਵੀਰ ਦੀ ਗੱਲ ਸੁਣ ਕੇ ਸਸੁਰ ਜੀ ਬੜੇ ਭਾਈ ਸਾਸੂ ਮਾਂ ਨੂੰ ਘੂਰ ਕੇ ਦੇਖ ਰਹੇ ਸੀ। ਉੱਥੇ ਦੋਵੇਂ ਨੂੰਹਾਂ ਦੀ ਨਜ਼ਰ ਵੀ ਸਾਸੂ ਮਾਂ ਪਰ ਹੀ ਟਿਕੀ ਸੀ। ਸਾਸੂ ਮਾਂ ਨੇ ਤਾਂ ਚੁੱਪ ਰਹਿਣਾ ਹੀ ਠੀਕ ਸਮਝਿਆ। ਆਖਿਰ ਉਹਨਾਂ ਦੀ ਪੋਲ ਜੋ ਖੁੱਲ੍ਹ ਰਹੀ ਸੀ ਉਹ ਵੀ ਪੁੱਤ ਨੂੰ ਦੇ ਸਾਹਮਣੇ। ਉਹਨਾਂ ਨੂੰ ਸਮਝ ਵਿੱਚ ਆ ਗਿਆ ਸੀ ਕਿ ਰਾਜਵੀਰ ਨੂੰ ਸਭ ਪਤਾ ਚੱਲ ਚੁੱਕਾ ਹੈ ਅਤੇ ਇਸ ਵਾਰ ਸਮਦਨ ਜੀ ਵੀ ਥੋੜ੍ਹੀ ਸਖਤ ਹੋ ਗਈ ਹਨ। ਪਰ ਇੰਨੇ ਵਿੱਚ ਸਿਮਰਨ ਵੀ ਬੋਲੀ, ਮੇਰੇ ਮਾਤਾ ਪਿਤਾ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਸੀ ਜੋ ਤੁਸੀਂ ਉਹਨਾਂ ਦਾ ਦਿੱਤਾ ਹੋਇਆ ਦਹੇਜ ਦਾ ਸਮਾਨ ਇੱਥੇ ਲੈ ਕੇ ਆ ਗਏ। ਇਹ ਵੀ ਨਹੀਂ ਸੋਚਿਆ ਕਿ ਮੇਰੇ ਮਾਤਾ ਪਿਤਾ ਦੇ ਦਿਲ ਪਰ ਕਿਆ ਬੀਤੇਗੀ। ਬੈਠ ਕੇ ਵੀ ਤਾਂ ਗੱਲ ਕੀਤੀ ਜਾ ਸਕਦੀ ਸੀ ਨਾ। ਉਸਦੀ ਗੱਲ ਸੁਣ ਕੇ ਰਾਜਵੀਰ ਬੋਲਿਆ, ਅੱਛਾ ਬੈਠ ਕੇ ਵੀ ਗੱਲਾਂ ਹੁੰਦੀ ਹਨ ਕਿਆ? ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਉਂਕਿ ਤੂੰ ਕਦੀ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਜਦ ਵੀ ਕੋਈ ਸਮੱਸਿਆ ਹੁੰਦੀ ਤਾਂ ਮਾਇਕੇ ਆ ਕੇ ਬੈਠ ਜਾਂਦੀ ਸੀ। ਪਿੱਛੇ ਤੋਂ ਸਾਸੂ ਮਾਂ ਫੋਨ ਕਰਕੇ ਮੇਰੀ ਮਾਂ ਨੂੰ ਪਰੇਸ਼ਾਨ ਕਰਦੀ ਸੀ। ਇੱਥੇ ਤੱਕ ਕਿ ਮੇਰੀ ਮਾਂ ਨੂੰ ਧਮਕੀ ਦੇ ਦਿੱਤੀ ਕਿ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਕੱਲ੍ਹ ਨੂੰ ਪੁੱਤ ਨੂੰ ਅਲੱਗ ਹੋ ਜਾਣਗੇ ਜਾਂ ਤੁਹਾਨੂੰ ਬਿਰਧ ਆਸ਼ਰਮ ਛੱਡ ਆਉਣਗੇ। ਜਦ ਤੈਨੂੰ ਮੇਰੀ ਮਾਂ ਦੇ ਬਾਰੇ ਵਿੱਚ ਖਿਆਲ ਆਇਆ ਸੀ? ਹੁਣ ਸਿਮਰਨ ਵੀ ਕੁਝ ਬੋਲ ਨਾ ਸਕੀ। ਪਰ ਹੁਣ ਘਰ ਵਿੱਚ ਸਭ ਨੂੰ ਸਿਮਰਨ ਅਤੇ ਸਾਸੂ ਮਾਂ ਦੇ ਬਾਰੇ ਵਿੱਚ ਪਤਾ ਚੱਲ ਚੁੱਕਾ ਸੀ। ਆਖਿਰ ਬੇਟੀ ਕੈਸੀ ਵੀ ਹੋ, ਆਖਿਰ ਹੈ ਤਾਂ ਬੇਟੀ ਹੀ। ਇੱਕ ਪਿਤਾ ਉਸਦਾ ਘਰ ਟੁੱਟਣ ਕਿਵੇਂ ਦੇ ਸਕਦਾ ਸੀ? ਉਸਦਾ ਘਰ ਨਾ ਟੁੱਟੇ ਇਸ ਲਈ ਸਸੁਰ ਜੀ ਹੱਥ ਜੋੜ ਕੇ ਰਾਜਵੀਰ ਨੂੰ ਬੋਲੇ, ਮਾਫ਼ ਕਰਨਾ ਜਵਾਈ ਜੀ, ਸਾਨੂੰ ਤਾਂ ਲੱਗਦਾ ਸੀ ਕਿ ਸਾਡੀ ਬੇਟੀ ਸਾਡੇ ਨਾਲ ਖੁਸ਼ੀ-ਖੁਸ਼ੀ ਮਿਲਣ ਆਈ ਹੈ, ਉਹ ਵੀ ਤੁਸੀਂ ਲੋਕਾਂ ਦੀ ਰਜ਼ਾਮੰਦੀ ਨਾਲ। ਅਤੇ ਅੱਜ ਤੱਕ ਜੋ ਹੋਇਆ ਸੋ ਹੋਇਆ। ਪਰ ਅੱਜ ਦੇ ਬਾਅਦ ਐਸੀ ਕੋਈ ਹਰਕਤ ਨਹੀਂ ਹੋਵੇਗੀ ਜਿਸ ਦੇ ਕਾਰਨ ਤੁਹਾਨੂੰ ਜਾਂ ਸਮਦਨ ਜੀ ਨੂੰ ਪਰੇਸ਼ਾਨ ਹੋਣਾ ਪਵੇ। ਹੁਣ ਤੁਸੀਂ ਸਾਡਾ ਥੋੜ੍ਹਾ ਸਨਮਾਨ ਰੱਖ ਲਵੋ। ਤੁਸੀਂ ਇਸ ਦਹੇਜ ਦੇ ਸਮਾਨ ਨੂੰ ਇੱਥੇ ਤੋਂ ਰਵਾਨਾ ਕਰ ਦੇਵੋ। ਆਪਣੇ ਸਸੁਰ ਜੀ ਨੂੰ ਹੱਥ ਜੋੜੇ ਦੇਖ ਕੇ ਰਾਜਵੀਰ ਨੇ ਉਹਨਾਂ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਕੇ ਕਿਹਾ, ਮਾਫ਼ ਕਰਨਾ ਪਾਪਾ ਜੀ, ਮੈਂ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ। ਪਰ ਜਿਸ ਤਰੀਕੇ ਨਾਲ ਕੱਲ੍ਹ ਮੇਰੀ ਮਾਂ ਨੂੰ ਮੈਂ ਰੋਂਦੇ ਦੇਖਿਆ ਜਦ ਜਾ ਕੇ ਮੈਂ ਇਹ ਕਦਮ ਚੁੱਕਿਆ। ਆਖਿਰਕਾਰ ਸਸੁਰ ਜੀ ਨੇ ਦਹੇਜ ਦੇ ਟਰੱਕ ਨੂੰ ਵਾਪਿਸ ਰਾਜਵੀਰ ਦੇ ਘਰ ਭਿਜਵਾ ਦਿੱਤਾ ਅਤੇ ਖੁਦ ਸਿਮਰਨ ਅਤੇ ਆਪਣੀ ਪਤਨੀ ਨੂੰ ਲੈ ਕੇ ਰਾਜਵੀਰ ਦੇ ਘਰ ਦੀ ਤਰਫ ਰਵਾਨਾ ਹੋਏ। ਉੱਥੇ ਜਾ ਕੇ ਸਮਦਨ ਜੀ ਤੋਂ ਮਾफ़ੀ ਮੰਗੀ ਅਤੇ ਭਵਿੱਖ ਵਿੱਚ ਇਹੋ ਜਿਹਾ ਨਹੀਂ ਹੋਵੇਗਾ ਇਹੋ ਜਿਹਾ ਉਹਨਾਂ ਨੂੰ ਭਰੋਸਾ ਦਿੱਤਾ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।